गुड इवनिंग टू ऑल। आवाज आ रही मेरी? कंफर्म कर दो एक बारी। ओके, सो स्टार्ट करते हैं। ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਆਨਸਰ ਤੁਸੀਂ ਕਿੱਥੇ ਦੇਣੇ ਆ। ਸੋ ਅੱਜ ਦਾ ਜੋ ਟੌਪਿਕ ਹੈ ਉਹ ਪਾਰਲੀਮੈਂਟ ਦਾ ਪਾਰਟ 2 ਹੈ। ਅੱਜ ਪਾਰਲੀਮੈਂਟ ਜੋ ਹੈ ਉਹ ਖਤਮ ਹੋ ਜਾਏਗੀ। ਸੋ ਸਟਾਰਟ ਕਰਦੇ ਹਾਂ ਅੱਜ ਦਾ ਫਰਸਟ ਕੁਐਸਚਨ। ਸੰਸਦ ਵਿੱਚ ਬਜਟ ਕੌਣ ਪੇਸ਼ ਕਰਦਾ ਹੈ? ਆਪਸ਼ਨ ਏ ਹੈ ਗ੍ਰਹਿ ਮੰਤਰੀ, ਆਪਸ਼ਨ ਬੀ ਹੈ ਪ੍ਰਧਾਨ ਮੰਤਰੀ, ਆਪਸ਼ਨ ਸੀ ਹੈ ਵਿੱਤ ਮੰਤਰੀ, ਆਪਸ਼ਨ ਡੀ ਹੈ ਰੱਖਿਆ ਮੰਤਰੀ। ਸੀ ਆਨਸਰ ਆਇਆ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਸੰਸਦ ਵਿੱਚ ਬਜਟ ਕੌਣ ਪੇਸ਼ ਕਰਦਾ ਹੈ? ਉਹ ਵਿੱਤ ਮੰਤਰੀ, ਜਿਹਨੂੰ ਫਾਈਨੈਂਸ ਮਿਨਿਸਟਰ ਕਿਹਾ ਜਾਂਦਾ ਹੈ। ਓਕੇ, ਹੁਣ ਦੇ ਆਪਣੇ ਵਿੱਤ ਮੰਤਰੀ ਕੌਣ ਆ? ਨਿਰਮਲਾ ਸੀਤਾਰਮਨ। ਔਰ ਗ੍ਰਹਿ ਮੰਤਰੀ ਕੌਣ ਆ? ਅਮਿਤ ਸ਼ਾਹ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਔਰ ਰੱਖਿਆ ਮੰਤਰੀ ਕੌਣ ਨੇ? ਰਾਜਨਾਥ ਸਿੰਘ। ਨੈਕਸਟ ਕੁਐਸਚਨ ਹੈ, ਲੋਕ ਸਭਾ ਦੁਆਰਾ ਕਾਰਜਪਾਲਿਕਾ ਨੂੰ ਦਿੱਤਾ ਗਿਆ ਬਲੈਂਕ ਚੈੱਕ ਮਤਲਬ ਖਾਲੀ ਜੋ ਚੈੱਕ ਹੈ ਉਹ ਕੀ ਕਹਾਉਂਦਾ ਹੈ? ਆਪਸ਼ਨ ਏ ਹੈ ਬਜਟ, ਆਪਸ਼ਨ ਬੀ ਹੈ ਅਧਿਕ ਅਨੁਦਾਨ, ਆਪਸ਼ਨ ਸੀ ਹੈ ਅਪਵਾਦ ਅਨੁਦਾਨ, ਆਪਸ਼ਨ ਡੀ ਹੈ ਪ੍ਰਤਿਆ ਅਨੁਦਾਨ। ਪ੍ਰਤਿਆ ਅਨੁਦਾਨ ਨੂੰ ਵੋਟ ਆਫ ਕ੍ਰੈਡਿਟ ਵੀ ਕਹਿੰਦੇ ਆ। ਸੀ ਆ ਰਿਹਾ ਆਨਸਰ ਇਸ ਦਾ। ਕਰਮਜੀਤ ਕੌਰ ਦਾ ਏ, ਰਿੰਕੂ ਬਾਲਾ ਦਾ ਬੀ ਆਇਆ। ਸੋ ਸਭ ਦੇ ਅਲੱਗ-ਅਲੱਗ ਹੀ ਆ ਰਿਹਾ। ਲੋਕ ਸਭਾ ਦੁਆਰਾ ਜੋ ਕਾਰਜਪਾਲਿਕਾ ਨੂੰ ਬਲੈਂਕ ਚੈੱਕ ਦਿੱਤਾ ਜਾਂਦਾ ਹੈ ਉਸ ਨੂੰ ਪ੍ਰਤਿਆ ਅਨੁਦਾਨ ਕਹਿੰਦੇ ਆ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ, ਜਿਸ ਨੂੰ ਵੋਟ ਆਫ ਕ੍ਰੈਡਿਟ ਵੀ ਕਿਹਾ ਜਾਂਦਾ ਹੈ। ਜਦੋਂ ਕਿਸੇ ਸੇਵਾ ਲਈ ਅਚਨਚੇਤ ਰੂਪ ਵਿੱਚ ਲੋੜ ਤੋਂ ਵੱਧ ਧਨ ਦੀ ਜ਼ਰੂਰਤ ਪਏ ਤਾਂ ਕੀ ਕਰਦੀ ਹੈ ਲੋਕ ਕਾਰਜਪਾਲਿਕਾ? ਇਸ ਚੈੱਕ ਦੀ ਵਰਤੋਂ ਕਰਦੀ ਹੈ। ਇਸ ਨੂੰ ਪ੍ਰਤਿਆ ਅਨੁਦਾਨ ਕਹਿੰਦੇ ਆ। ਓਕੇ, ਨੈਕਸਟ ਕੁਐਸਚਨ ਹੈ, ਦੇਸ਼ ਦੇ ਸੰਚਾਲਨ ਲਈ ਕਾਨੂੰਨ ਬਣਾਉਣ ਦੀ ਸੰਸਦ ਦੀ ਸ਼ਕਤੀ ਕਿਸ ਤਰ੍ਹਾਂ ਦੀ ਸ਼ਕਤੀ ਹੈ? ਆਪਸ਼ਨ ਏ ਹੈ ਵਿੱਤੀ ਸ਼ਕਤੀ, ਆਪਸ਼ਨ ਬੀ ਹੈ ਕਾਰਜਕਾਰੀ ਸ਼ਕਤੀ, ਆਪਸ਼ਨ ਸੀ ਹੈ ਵਿਧਾਈ ਸ਼ਕਤੀ, ਆਪਸ਼ਨ ਡੀ ਹੈ ਨਿਆਇਕ ਸ਼ਕਤੀ। ਜੋ ਪਾਰਲੀਮੈਂਟ ਲਾਅ ਬਣਾਉਂਦੀ ਹੈ ਉਹ ਲਾਅ ਬਣਾਉਣ ਦੀ ਜੋ ਪਾਵਰ ਹੈ ਉਹ ਕਿਸ ਤਰ੍ਹਾਂ ਦੀ ਪਾਵਰ ਹੈ? ਤੁਸੀਂ ਇਹ ਦੱਸਣਾ। ਬੀ, ਡੀ ਔਰ ਸੀ ਸਭ ਦੇ ਅਲੱਗ-ਅਲੱਗ ਹੀ ਆਨਸਰ ਆ ਰਹੇ ਆ, ਕਿਸੇ ਦਾ ਮੈਚ ਨਹੀਂ ਕਰ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ, ਉਸ ਨੂੰ ਵਿਧਾਈ ਸ਼ਕਤੀ ਕਹਿੰਦੇ ਆ। ਜੋ ਸੰਸਦ ਜੋ ਪਾਰਲੀਮੈਂਟ ਹੈ ਆਪਣੀ ਉਹ ਕਾਨੂੰਨ ਬਣਾਉਂਦੀ ਹੈ ਉਸ ਸ਼ਕਤੀ ਨੂੰ ਵਿਧਾਈ ਸ਼ਕਤੀ ਕਹਿੰਦੇ ਆ। ਠੀਕ ਹੈ, ਇਹ ਸੰਘ ਸੂਚੀ ਦੇ ਵਿਸ਼ੇ ਜੋ ਵੀ ਮੂਲ ਵਿਸ਼ੇ ਨੇ, ਮੂਲ ਸੰਵਿਧਾਨ ਵਿੱਚ 97 ਸੀ, ਹੁਣ ਇਹ 100 ਹੋ ਚੁੱਕੇ ਆ। ਸੰਘ ਸੂਚੀ ਦੇ ਜੋ ਵਿਸ਼ੇ ਆ ਉਹਨਾਂ ਤੇ ਜੋ ਪਾਰਲੀਮੈਂਟ ਕਾਨੂੰਨ ਬਣਾਉਂਦੀ ਆ ਉਹ 100 ਵਿਸ਼ੇ ਹੁਣ ਹੋ ਚੁੱਕੇ ਆ, ਉਹਨਾਂ ਤੇ ਕਾਨੂੰਨ ਬਣਾ ਸਕਦੀ ਹੈ। ਇਸ ਤੋਂ ਇਲਾਵਾ ਅਵਿਸ਼ਿਸ਼ਟ ਸ਼ਕਤੀਆਂ ਜਿਨ੍ਹਾਂ ਦਾ ਸੰਵਿਧਾਨ ਦੇ ਵਿੱਚ ਜ਼ਿਕਰ ਨਹੀਂ ਹੈ ਉਸ ਤੇ ਵੀ ਪਾਰਲੀਮੈਂਟ ਜੋ ਹੈ ਉਹ ਲਾਅ ਬਣਾ ਸਕਦੀ ਹੈ। ਓਕੇ, ਇਹ ਉਸ ਦੀ ਵਿਧਾਈ ਸ਼ਕਤੀ ਦੇ ਵਿੱਚ ਆ ਜਾਏਗਾ। ਨੈਕਸਟ ਕੁਐਸਚਨ ਹੈ, ਸੰਸਦ ਸਾਂਝੀ ਸੂਚੀ ਦੇ ਕਿੰਨੇ ਵਿਸ਼ਿਆਂ ਉੱਪਰ ਕਾਨੂੰਨ ਬਣਾ ਸਕਦੀ ਹੈ? ਆਪਸ਼ਨ ਏ ਹੈ 52, ਆਪਸ਼ਨ ਬੀ ਹੈ 47, ਆਪਸ਼ਨ ਸੀ ਹੈ 99, ਆਪਸ਼ਨ ਡੀ ਹੈ 66। ਸਾਂਝੀ ਸੂਚੀ ਨੂੰ ਕਾਮਨ ਸੂਚੀ ਮਤਲਬ ਸਮਵਰਤੀ ਸੂਚੀ ਵੀ ਕਹਿੰਦੇ ਆ।
ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੈ 52 ਵਿਸ਼ੇ ਆ ਜਿਨ੍ਹਾਂ ਉੱਪਰ ਜੋ ਹੈ ਸੰਸਦ ਸਾਂਝੀ ਸੂਚੀ ਦੇ ਵਿਸ਼ਿਆਂ ਉੱਪਰ ਕਾਨੂੰਨ ਬਣਾ ਸਕਦੀ ਹੈ। ਲੇਕਿਨ ਅਗਰ ਮੂਲ ਸੰਵਿਧਾਨ ਦੀ ਗੱਲ ਕੀਤੀ ਜਾਏ ਤਾਂ ਮੂਲ ਸੰਵਿਧਾਨ ਦੇ ਵਿੱਚ ਇਹ 47 ਸੀ। ਹੁਣ ਜੋ ਵਰਤਮਾਨ ਆ ਉਹ 52 ਆ। ਓਕੇ, ਜਦੋਂ ਇਹ ਜੋ ਸਾਂਝੀ ਸੂਚੀ ਦੇ ਕਾਨੂੰਨ ਬਣਾਇਆ ਜਾਂਦਾ ਹੈ, ਇਹ ਕਦੋਂ ਬਣਾਇਆ ਜਾਂਦਾ ਹੈ? ਜਦੋਂ ਦੋ ਜਾਂ ਦੋ ਤੋਂ ਵੱਧ ਰਾਜਾਂ ਵਿਚਕਾਰ ਵਿਵਾਦ ਪੈਦਾ ਹੋ ਜੇ ਤਾਂ ਸੰਸਦ ਕੀ ਕਰਦੀ ਹੈ? ਇਸ ਵਿਸ਼ੇ ਉੱਪਰ ਕਾਨੂੰਨ ਬਣਾ ਦਿੰਦੀ ਹੈ। ਸਮਵਰਤੀ ਸੂਚੀ ਉੱਪਰ ਬਣਾਈ ਗਈ ਵਿਧੀ ਜੋ ਹੈ, ਜੋ ਕਾਨੂੰਨ ਹੈ, ਉਹ ਸਟੇਟ ਲੈਜਿਸਲੇਚਰ ਤੋਂ ਹਾਈ ਹੋਏਗਾ, ਪਾਰਲੀਮੈਂਟ ਦੁਆਰਾ ਬਣਾਇਆ ਗਿਆ। ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਪਾਰਲੀਮੈਂਟ ਨੇ ਖੇਤੀ ਉੱਪਰ ਕਾਨੂੰਨ ਬਣਾਏ ਆ। ਪਾਰਲੀਮੈਂਟ ਜੋ ਖੇਤੀ ਜੋ ਹੈ ਉਹ ਸਾਂਝੀ ਸੂਚੀ ਦਾ ਵਿਸ਼ਾ ਹੈ, ਇਸ ਲਈ ਕੀ ਹੋ ਰਿਹਾ? ਰੌਲਾ ਪੈ ਰਿਹਾ। ਲੇਕਿਨ ਜੋ ਪਾਰਲੀਮੈਂਟ ਦੁਆਰਾ ਲਾਅ ਬਣਾਇਆ ਗਿਆ ਉਹ ਸਟੇਟ ਤੋਂ ਹਾਈ ਰਹੇਗਾ ਹਮੇਸ਼ਾ। ਓਕੇ, ਨੈਕਸਟ ਕੁਐਸਚਨ ਹੈ ਕਿ ਸੰਸਦ ਰਾਜ ਸੂਚੀ ਦੇ ਵਿਸ਼ਿਆਂ ਉੱਪਰ ਕਾਨੂੰਨ ਬਣਾ ਸਕਦੀ ਹੈ? ਆਪਸ਼ਨ ਏ ਹੈ ਸੰਵਿਧਾਨ ਆਗਿਆ ਨਹੀਂ ਦਿੰਦਾ, ਆਪਸ਼ਨ ਬੀ ਹੈ ਹਾਂ, ਆਪਸ਼ਨ ਸੀ ਹੈ ਕਦੇ ਵੀ ਨਹੀਂ, ਆਪਸ਼ਨ ਡੀ ਹੈ ਏ ਅਤੇ ਸੀ ਦੋਨੋਂ। ਜਿਹੜੇ ਵੀ ਵਿਸ਼ੇ ਸਟੇਟ ਸੂਚੀ ਵਿੱਚ ਆ ਕੀ ਉਹਨਾਂ ਉੱਪਰ ਪਾਰਲੀਮੈਂਟ ਲਾਅ ਬਣਾ ਸਕਦੀ ਹੈ? ਸਰ ਐਗਰੀਕਲਚਰ ਸਟੇਟ ਲਿਸਟ ਦਾ ਨਹੀਂ ਹੈ, ਮੈਂ ਸਾਂਝੀ ਸੂਚੀ ਦਾ ਕਹਿ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ, ਸੰਸਦ ਰਾਜ ਸੂਚੀ ਦੇ ਵਿਸ਼ਿਆਂ ਉੱਪਰ ਲਾਅ ਬਣਾ ਸਕਦੀ ਹੈ। 5 ਪ੍ਰਸਥਿਤੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਉੱਪਰ ਕੀ ਹੈ? ਪਾਰਲੀਮੈਂਟ ਰਾਜ ਸੂਚੀ ਉੱਪਰ ਲਾਅ ਬਣਾ ਸਕਦੀ ਹੈ। ਉਹ 5 ਪ੍ਰਸਥਿਤੀਆਂ ਕੀ ਨੇ? ਮੈਂ 1 ਬਾਈ 1 ਤੁਹਾਨੂੰ ਦੱਸਦਾ। ਪਹਿਲੀ ਹੈ ਜੇ ਰਾਜ ਸਭਾ ਕੋਈ ਸੰਕਲਪ ਪਾਸ ਕਰੇ। ਜੋ ਪਾਰਲੀਮੈਂਟ ਦਾ ਦੂਜਾ ਸਦਨ ਹੈ ਰਾਜ ਸਭਾ, ਜੇਕਰ ਉਹ ਕੋਈ ਸੰਕਲਪ ਪਾਸ ਕਰਦਾ ਹੈ ਕਿ ਰਾਜ ਸੂਚੀ ਦੇ ਵਿਸ਼ਿਆਂ ਉੱਪਰ ਕੋਈ ਲਾਅ ਬਣਾਏ ਤਾਂ ਸੰਸਦ ਕੀ ਕਰਦੀ ਹੈ? ਰਾਜ ਸੂਚੀ ਉੱਪਰ ਲਾਅ ਬਣਾ ਸਕਦੀ ਹੈ। ਦੂਸਰੀ ਪਰਿਸਥਿਤੀ ਕੀ ਹੈ? ਜੇਕਰ ਰਾਸ਼ਟਰੀ ਐਮਰਜੈਂਸੀ ਲੱਗੀ ਹੋਈ ਹੈ, ਨੈਸ਼ਨਲ ਐਮਰਜੈਂਸੀ ਲੱਗੀ ਹੋਈ ਹੈ ਤਾਂ। ਤੀਸਰੀ ਕੀ ਹੈ? ਜੇ ਦੋ ਜਾਂ ਦੋ ਤੋਂ ਵੱਧ ਰਾਜ ਸੰਸਦ ਨੂੰ ਕਹਿਣ ਕਿ ਰਾਜ ਸੂਚੀ ਦੇ ਵਿਸ਼ੇ ਉੱਪਰ ਲਾਅ ਬਣਾਏ। ਓਕੇ, ਫਿਰ ਵੀ ਪਾਰਲੀਮੈਂਟ ਕੀ ਕਰਦੀ ਹੈ? ਰਾਜ ਸੂਚੀ ਉੱਪਰ ਲਾਅ ਬਣਾ ਸਕਦੀ ਹੈ। ਫੋਰਥ ਕੀ ਹੈ? ਜੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਹੋਏ। ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਕਦੋਂ ਲੱਗਦਾ ਹੈ? ਆਰਟੀਕਲ 56 356 ਔਰ ਆਰਟੀਕਲ 365। ਇਹ ਦੋ ਆਰਟੀਕਲ ਨੇ ਜਿਨ੍ਹਾਂ ਦੇ ਅਕੋਰਡਿੰਗ ਜੋ ਹੈ ਸਟੇਟ ਵਿੱਚ ਐਮਰਜੈਂਸੀ ਲੱਗਦੀ ਹੈ। ਓਕੇ, ਫਿਫਥ ਕੀ ਹੈ? ਜੇਕਰ ਅੰਤਰਰਾਸ਼ਟਰੀ ਕੋਈ ਸਮਝੌਤਾ ਕੀਤਾ ਹੋਇਆ ਹੈ, ਕੋਈ ਸੰਧੀ ਕੀਤੀ ਹੋਈ ਹੈ ਤਾਂ ਉਸ ਦੇ ਤਹਿਤ ਕੀ ਕਰਦੀ ਹੈ? ਪਾਰਲੀਮੈਂਟ ਰਾਜ ਸੂਚੀ ਦੇ ਵਿਸ਼ੇ ਉੱਪਰ ਲਾਅ ਬਣਾ ਸਕਦੀ ਹੈ। ਇਹ 5 ਪ੍ਰਸਥਿਤੀਆਂ ਨੇ। ਨੈਕਸਟ ਕੁਐਸਚਨ ਹੈ ਰਾਸ਼ਟਰਪਤੀ ਦੁਆਰਾ ਜਾਰੀ ਅਧਿਆਦੇਸ਼ ਨੂੰ ਸੰਸਦ ਦੁਆਰਾ ਕਿੰਨੇ ਸਮੇਂ ਵਿੱਚ ਸਵੀਕ੍ਰਿਤੀ ਮਿਲਣੀ ਜ਼ਰੂਰੀ ਹੈ? ਅਧਿਆਦੇਸ਼ ਮਤਲਬ ਆਰਡੀਨੈਂਸ। ਆਪਸ਼ਨ ਏ ਹੈ 6 ਮੰਥ, ਆਪਸ਼ਨ ਬੀ ਹੈ 6 ਵੀਕ, ਆਪਸ਼ਨ ਸੀ ਹੈ 6 ਦਿਨ, ਆਪਸ਼ਨ ਡੀ ਹੈ 1 ਈਅਰ। ਛੇ ਮੰਥ ਆ ਰਿਹਾ ਮੋਸਟਲੀ ਸਭ ਦਾ ਆਨਸਰ। ਬੀ ਕਿੱਟੂ ਕੌਂਡਲ ਦਾ ਬੀ ਆਇਆ, ਮਤਲਬ 6 ਹਫ਼ਤੇ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਜੇਕਰ ਰਾਸ਼ਟਰਪਤੀ ਨੇ ਕੋਈ ਅਧਿਆਦੇਸ਼ ਜਾਰੀ ਕੀਤਾ ਹੈ ਔਰ ਪਾਰਲੀਮੈਂਟ ਦੀ ਬੈਠਕ ਹੋ ਰਹੀ ਹੈ ਤਾਂ 6 ਹਫ਼ਤੇ ਦੇ ਵਿੱਚ ਪਾਰਲੀਮੈਂਟ ਡਿਸਾਈਡ ਕਰੇਗੀ ਕਿ ਆਰਡੀਨੈਂਸ ਲਾਗੂ ਰਹੇਗਾ ਜਾਂ ਨਹੀਂ। ਓਕੇ, ਅਗਰ ਡਿਸਾਈਡ ਨਹੀਂ ਕਰਦੀ ਤਾਂ ਆਰਡੀਨੈਂਸ ਜੋ ਹੈ ਆਪਣੇ ਆਪ ਹੀ ਖਤਮ ਹੋ ਜਾਏਗਾ। ਲੇਕਿਨ ਆਰਡੀਨੈਂਸ ਦੀ ਵੈਲਿਡਿਟੀ ਕਿੰਨੀ ਹੈ? ਉਹ 6 ਮੰਥ ਹੈ। ਮੈਂ ਵੈਲਿਡਿਟੀ ਨਹੀਂ ਪੁੱਛੀ ਹੈ, ਮੈਂ ਪੁੱਛਿਆ ਸੰਸਦ ਕਿੰਨੇ ਸਮੇਂ ਵਿੱਚ ਸਵੀਕ੍ਰਿਤੀ ਦੇ ਸਕਦੀ ਹੈ। ਉਹ 6 ਹਫ਼ਤੇ ਆ। ਨੈਕਸਟ ਕੁਐਸਚਨ ਹੈ ਭਾਰਤੀ ਸੰਵਿਧਾਨ ਨੇ ਸਰਕਾਰ ਦੀ ਕਿਸ ਪ੍ਰਣਾਲੀ ਨੂੰ ਅਪਣਾਇਆ ਹੈ? ਆਪਸ਼ਨ ਏ ਹੈ ਰਾਸ਼ਟਰਪਤੀ, ਆਪਸ਼ਨ ਬੀ ਹੈ ਸੰਸਦੀ, ਆਪਸ਼ਨ ਸੀ ਹੈ ਸੈਨਿਕ ਸ਼ਾਸਨ, ਆਪਸ਼ਨ ਡੀ ਹੈ ਨਾਇਕ। ਪਾਰਲੀਮੈਂਟਰੀ। ਮਨਪ੍ਰੀਤ ਦਾ ਕਿੱਟੂ ਦਾ ਬੀ ਆਇਆ।
ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਭਾਰਤੀ ਸੰਵਿਧਾਨ ਨੇ ਸਰਕਾਰ ਦੀ ਸੰਸਦੀ ਪ੍ਰਣਾਲੀ ਨੂੰ ਅਪਣਾਇਆ ਹੈ। ਸੰਸਦ ਦੇ ਦੋ ਸਦਨ ਆ, ਲੋਕ ਸਭਾ ਔਰ ਰਾਜ ਸਭਾ। ਅਗਰ ਸੰਸਦ ਦੇ ਅੰਗ ਪੁੱਛ ਲਏ ਜਾਣ ਤਾਂ ਅੰਗ 3 ਆ, ਵਿੱਚ ਪ੍ਰੈਜ਼ੀਡੈਂਟ ਵੀ ਸ਼ਾਮਲ ਹੋ ਜਾਏਗਾ, ਲੇਕਿਨ ਸਦਨ 2 ਆ। ਓਕੇ, ਨੈਕਸਟ ਕੁਐਸਚਨ ਹੈ, ਸੰਸਦ ਕਾਰਜਪਾਲਿਕਾ ਦੇ ਉੱਪਰ ਕਿਵੇਂ ਨਿਯੰਤਰਣ ਰੱਖਦੀ ਹੈ? ਆਪਸ਼ਨ ਏ ਹੈ ਨਿੰਦਾ ਪ੍ਰਸਤਾਵ ਦੁਆਰਾ, ਆਪਸ਼ਨ ਬੀ ਹੈ ਅਵਿਸ਼ਵਾਸ ਪ੍ਰਸਤਾਵ ਦੁਆਰਾ, ਆਪਸ਼ਨ ਸੀ ਹੈ ਪ੍ਰਸ਼ਨ ਕਾਲ ਦੁਆਰਾ, ਆਪਸ਼ਨ ਡੀ ਹੈ ਸਾਰੇ ਹੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ। ਸੰਸਦ ਜੋ ਹੈ ਐਗਜ਼ੀਕਿਊਟਿਵ ਉੱਪਰ ਕਿਵੇਂ ਨਿਯੰਤਰਣ ਰੱਖਦੀ ਹੈ? ਪਹਿਲਾਂ ਤਾਂ ਉਹ ਨਿੰਦਾ ਪ੍ਰਸਤਾਵ ਵੀ ਲਿਆ ਸਕਦੀ ਹੈ ਪਾਰਲੀਮੈਂਟ ਵਿੱਚ, ਅਵਿਸ਼ਵਾਸ ਪ੍ਰਸਤਾਵ ਲਿਆ ਕੇ ਲੋਕ ਸਭਾ ਨੂੰ ਭੰਗ ਕਰ ਸਕਦੀ ਹੈ, ਮੰਤਰੀ ਮੰਡਲ ਨੂੰ ਪੂਰਾ ਅਸਤੀਫਾ ਦੇਣਾ ਪੈ ਸਕਦਾ ਹੈ। ਕੁਐਸਚਨ ਆਵਰ ਦੇ ਦੁਆਰਾ ਕੀ ਪੁੱਛਦੀ ਹੈ ਕਿ ਕੁਐਸਚਨ ਕਰਦੀ ਹੈ ਮੰਤਰੀ ਨੂੰ ਕਿ ਤੁਸੀਂ ਇਹ ਕੰਮ ਕਿਵੇਂ ਕੀਤਾ, ਇਸ ਤੇ ਕਿੰਨਾ ਖਰਚ ਹੋਇਆ। ਸੋ ਇਹ ਸਾਰੇ ਜੋ ਆ ਤਿੰਨੋਂ ਟਾਈਪ ਆ ਕਾਰਜਪਾਲਿਕਾ ਉੱਪਰ ਨਿਯੰਤਰਣ ਰੱਖਦੇ ਆ। ਨੈਕਸਟ ਕੁਐਸਚਨ ਹੈ, ਮੰਤਰੀ ਪਰਿਸ਼ਦ ਆਪਣੇ ਪਦ ਤੇ ਕਦੋਂ ਤੱਕ ਬਣੀ ਰਹਿ ਸਕਦੀ ਹੈ? ਆਪਸ਼ਨ ਏ ਹੈ ਸੰਸਦ ਵਿੱਚ ਬਹੁਮਤ ਹੋਣ ਤੱਕ, ਆਪਸ਼ਨ ਬੀ ਹੈ ਰਾਜ ਸਭਾ ਵਿੱਚ ਬਹੁਮਤ ਹੋਣ ਤੱਕ, ਆਪਸ਼ਨ ਸੀ ਹੈ ਲੋਕ ਸਭਾ ਵਿੱਚ ਬਹੁਮਤ ਹੋਣ ਤੱਕ, ਆਪਸ਼ਨ ਡੀ ਹੈ ਸਾਰੇ ਹੀ। ਵਾਹ, ਪਿਛਲੇ ਕੁਐਸਚਨ ਦੇ ਵਿੱਚ ਆਨਸਰ ਡੀ ਸੀ ਤਾਂ ਇਸ ਲਈ ਸਾਰੇ ਡੀ ਲਗਾ ਰਹੇ ਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਨਾ ਏ ਹੈ, ਨਾ ਬੀ ਹੈ ਔਰ ਨਾ ਹੀ ਡੀ ਹੈ। ਮੰਤਰੀ ਪਰਿਸ਼ਦ ਜੋ ਹੈ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਓਕੇ, ਅਗਰ ਲੋਕ ਸਭਾ ਵਿੱਚ ਉਹਨਾਂ ਕੋਲ ਬਹੁਮਤ ਹੈ ਤਾਂ ਮੰਤਰੀ ਪਰਿਸ਼ਦ ਜੋ ਹੈ ਆਪਣੇ ਪਦ ਤੇ ਰਹੇਗੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਨੈਕਸਟ ਕੁਐਸਚਨ ਹੈ, ਕਾਰਜਪਾਲਿਕਾ ਨੂੰ ਕਿਸੇ ਵੀ ਕਰ, ਜਿਹਨੂੰ ਟੈਕਸ ਕਹਿੰਦੇ ਆ, ਨੂੰ ਲਗਾਉਣ ਅਤੇ ਕਿਸੇ ਪ੍ਰਕਾਰ ਦੇ ਖਰਚ ਕਰਨ ਲਈ ਕਿਸ ਦੀ ਆਗਿਆ ਜ਼ਰੂਰੀ ਹੈ? ਆਪਸ਼ਨ ਏ ਹੈ ਲੋਕ ਸਭਾ, ਆਪਸ਼ਨ ਬੀ ਹੈ ਰਾਜ ਸਭਾ, ਆਪਸ਼ਨ ਸੀ ਹੈ ਸੰਸਦ, ਆਪਸ਼ਨ ਡੀ ਹੈ ਰਾਸ਼ਟਰਪਤੀ। ਲੱਗਿਆ ਤਾਂ ਬਹੁਤ ਕੁਝ ਹੁੰਦਾ ਨਾ, ਆਨਸਰ ਕੀ ਕਰਦੇ ਆ ਆਪਾਂ ਨੂੰ ਉਹ ਮੇਨਲੀ ਚੀਜ਼ ਤਾਂ ਉਹੀ ਡਿਫਾਈਨ ਕਰਦੀ ਹੈ ਕਿ ਆਪਾਂ ਆਨਸਰ ਕੀ ਕਰ ਰਹੇ ਹਾਂ। ਸੀ ਔਰ ਬੀ ਆ ਰਿਹਾ ਮੋਸਟਲੀ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਜੇਕਰ ਕਾਰਜਪਾਲਿਕਾ ਜੋ ਐਗਜ਼ੀਕਿਊਟਿਵ ਹੈ ਉਸ ਨੂੰ ਕੋਈ ਟੈਕਸ ਲਗਾਉਣਾ ਹੈ ਜਾਂ ਕਿਸੇ ਪ੍ਰਕਾਰ ਦਾ ਕੋਈ ਖਰਚ ਕਰਨਾ ਹੈ ਤਾਂ ਪਾਰਲੀਮੈਂਟ ਦੀ ਆਗਿਆ ਜ਼ਰੂਰੀ ਹੈ। ਓਕੇ, ਇਹ ਪਾਰਲੀਮੈਂਟ ਵਿੱਚ ਬਜਟ ਜਦੋਂ ਪੇਸ਼ ਹੁੰਦਾ ਹੈ ਤਾਂ ਬਜਟ ਜੋ ਹੈ ਉਹ ਪਾਰਲੀਮੈਂਟ ਦੇ ਦੁਆਰਾ ਹੀ ਸਵੀਕਾਰ ਕੀਤਾ ਜਾਂਦਾ ਹੈ ਕਿ ਸਰਕਾਰ ਨੇ ਕੀ ਖਰਚ ਕਰਨਾ ਹੈ ਸਾਲ ਦੇ ਵਿੱਚ, ਕੀ ਕੀ ਟੈਕਸ ਲਗਾਉਣੇ ਆ, ਇਹ ਸਾਰੀਆਂ ਚੀਜ਼ਾਂ ਜੋ ਹੈ ਪਾਰਲੀਮੈਂਟ ਹੀ ਡਿਸਾਈਡ ਕਰਦੀ ਹੈ। ਨੈਕਸਟ ਕੁਐਸਚਨ ਹੈ, ਸੰਸਦ ਸਰਕਾਰ ਦੇ ਖਰਚੇ ਤੇ ਨਿਯੰਤਰਣ ਅਤੇ ਜਾਂਚ ਕਿਵੇਂ ਕਰਦੀ ਹੈ? ਆਪਸ਼ਨ ਏ ਹੈ ਲੋਕ ਲੇਖਾ ਸਮਿਤੀ ਦੁਆਰਾ, ਆਪਸ਼ਨ ਬੀ ਹੈ ਪ੍ਰਕਲਨ ਸਮਿਤੀ ਦੁਆਰਾ, ਆਪਸ਼ਨ ਸੀ ਹੈ ਸਰਵਜਨਿਕ ਉਪਕਰਮਾਂ ਦੀ ਸਮਿਤੀ ਦੁਆਰਾ, ਆਪਸ਼ਨ ਡੀ ਹੈ ਸਾਰੇ ਹੀ। ਮਨਪ੍ਰੀਤ ਦਾ ਸੀ ਆਇਆ, ਮਨਦੀਪਪੁਰੀ ਦਾ ਵੀ ਸੀ ਔਰ ਡੀ ਔਰ ਏ ਆ ਰਿਹਾ। ਸੋ ਸਭ ਦੇ ਅਲੱਗ-ਅਲੱਗ ਹੀ ਆਨਸਰ ਆ, ਇਸ ਲਈ ਇਸ ਦਾ ਆਨਸਰ ਮੈਂ ਹੀ ਦੱਸ ਦਿੰਦਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ। ਸੰਸਦ ਜੋ ਹੈ ਸਰਕਾਰ ਦੇ ਖਰਚੇ ਤੇ ਨਿਯੰਤਰਣ ਅਤੇ ਜਾਂਚ ਕਿਵੇਂ ਕਰਦੀ ਹੈ? ਫਸਟ ਹੈ ਲੋਕ ਲੇਖਾ ਸਮਿਤੀ ਹੋਣੀ ਚਾਹੀਦੀ ਹੈ, ਉਹਦੇ ਦੁਆਰਾ ਜਾਂਚ ਹੁੰਦੀ ਹੈ। ਦੂਸਰੀ ਹੈ ਪ੍ਰਕਲਨ ਸਮਿਤੀ, ਤੀਸਰੀ ਹੈ ਸਰਵਜਨਿਕ ਉਪਕਰਮਾਂ ਦੀ ਸਮਿਤੀ। ਇਹ ਤਿੰਨੇ ਸਮਿਤੀਆਂ ਤੁਹਾਨੂੰ ਯਾਦ ਰੱਖਣੀਆਂ ਜ਼ਰੂਰੀ ਆ, ਇਹਨਾਂ ਉੱਪਰ ਹੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਪੇਪਰ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਇੱਕ ਸਮਿਤੀ ਦਿੱਤੀ ਹੋਏ ਤੁਹਾਨੂੰ, ਸੋ ਇਹ ਤਿੰਨੇ ਸਮਿਤੀਆਂ ਨੂੰ ਯਾਦ ਰੱਖ ਲਿਓ। ਨੈਕਸਟ ਕੁਐਸਚਨ ਹੈ, ਸੰਵਿਧਾਨ ਵਿੱਚ ਸੋਧ ਕਰਨ ਦਾ ਅਧਿਕਾਰ ਹੈ? ਆਪਸ਼ਨ ਏ ਹੈ ਰਾਜ ਸਭਾ ਨੂੰ, ਆਪਸ਼ਨ ਬੀ ਹੈ ਲੋਕ ਸਭਾ ਨੂੰ, ਆਪਸ਼ਨ ਸੀ ਹੈ ਵਿਧਾਨ ਸਭਾ ਨੂੰ, ਆਪਸ਼ਨ ਡੀ ਹੈ ਪਾਰਲੀਮੈਂਟ ਨੂੰ, ਮਤਲਬ ਸੰਸਦ ਨੂੰ। ਅਮੈਂਡਮੈਂਟ ਕਰਾ ਅਧਿਕਾਰ,
ਸੋਧ ਮਤਲਬ ਅਮੈਂਡਮੈਂਟ ਕਰਨਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ। ਕਨਸਟੀਟਿਊਸ਼ਨ ਦੇ ਵਿੱਚ ਸੋਧ ਸਿਰਫ ਪਾਰਲੀਮੈਂਟ ਕਰ ਸਕਦੀ ਹੈ, ਨਾ ਹੀ ਸਿਰਫ ਕੋਈ ਇੱਕ ਸਦਨ, ਨਾ ਹੀ ਵਿਧਾਨ ਸਭਾ। ਓਕੇ, ਕਿਹੜਾ ਆਰਟੀਕਲ ਸੋਧ ਕਰਨ ਦੀ ਸ਼ਕਤੀ ਪਾਰਲੀਮੈਂਟ ਨੂੰ ਦਿੰਦਾ ਹੈ? ਸੋ ਇਸ ਦਾ ਆਨਸਰ ਤੁਹਾਨੂੰ ਪਤਾ ਹੈ? ਆਰਟੀਕਲ ਕਿਸੇ ਨੂੰ ਪਤਾ ਹੋਏ ਤਾਂ ਕਿਸ ਆਰਟੀਕਲ ਦੇ ਅਕੋਰਡਿੰਗ ਪਾਰਲੀਮੈਂਟ ਜੋ ਆ 1 2 3 ਆਰਟੀਕਲ ਹੋਰ ਹੈ, ਉਹਦਾ ਕੁਐਸਚਨ ਅੱਗੇ ਆਏਗਾ, ਇਸ ਲਈ ਮੈਂ ਉਹਦਾ ਆਨਸਰ ਨਹੀਂ ਦੇ ਰਿਹਾ। 1 2 3 ਆਰਟੀਕਲ ਕੀ ਹੈ? ਸੋ ਆਰਟੀਕਲ 368 ਦੇ ਅਕੋਰਡਿੰਗ ਪਾਰਲੀਮੈਂਟ ਜੋ ਆ ਉਹ ਸੰਵਿਧਾਨ ਵਿੱਚ ਸੋਧ ਕਰ ਸਕਦੀ ਹੈ। ਕਿੰਨੇ ਤਰੀਕੇ ਆ ਸੰਵਿਧਾਨ ਵਿੱਚ ਪਾਰਲੀਮੈਂਟ ਜੋ ਹੈ ਸੋਧ ਕਰ ਸਕਦੀ ਹੈ ਆਰਟੀਕਲ ਅੰਡਰ 368 ਦੇ ਅਕੋਰਡਿੰਗ? ਕਿੰਨੇ ਤਰੀਕੇ ਆ ਆਰਟੀਕਲ 368 ਦੇ ਅਕੋਰਡਿੰਗ ਕਿ ਪਾਰਲੀਮੈਂਟ ਜੋ ਆ ਉਹ ਸੋਧ ਕਰ ਸਕਦੀ ਹੈ? 3 ਆ ਰਹੇ ਆ, 3 ਹੀ ਆਨਸਰ ਆ ਰਿਹਾ ਸਭ ਦਾ। ਸੋ ਇਸ ਦਾ ਰਾਈਟ ਆਨਸਰ ਜੋ ਹੈ ਉਹ 2 ਹੈ, ਨਾ ਕਿ 3। ਕਿਹੜੇ ਕਿਹੜੇ 2 ਆ? ਇੱਕ ਤਾਂ ਵਿਸ਼ੇਸ਼ ਬਹੁਮਤ ਦੇ ਦੁਆਰਾ, ਔਰ ਇੱਕ ਵਿਸ਼ੇਸ਼ ਬਹੁਮਤ ਪਲੱਸ ਹਾਫ ਸਟੇਟ ਦੇ ਦੁਆਰਾ। ਹਾਫ ਸਟੇਟ ਦੇ ਵਿੱਚ ਸਧਾਰਨ ਬਹੁਮਤ ਚਾਹੀਦਾ ਹੈ। ਤੀਸਰੀ ਜੋ ਸੋਧ ਹੈ ਉਹ ਆਰਟੀਕਲ 368 ਦੇ ਅਕੋਰਡਿੰਗ ਕਨਕਲੂਡ, ਉਹਦੇ ਵਿੱਚ ਕਨਕਲੂਡ ਨਹੀਂ ਹੁੰਦੀ। ਉਹ ਜੋ ਹੈ ਸੋਧ ਹੈ ਸਧਾਰਨ ਬਹੁਮਤ ਦੇ ਦੁਆਰਾ ਕੀਤੀ ਜਾਂਦੀ ਹੈ, ਉਹ ਆਰਟੀਕਲ 368 ਦੇ ਅੰਡਰ ਨਹੀਂ ਆਉਂਦੀ। ਮੈਂ ਇਹਨੂੰ ਇੱਕ ਵਾਰੀ ਬਰੀਫ ਵਿੱਚ ਦੱਸ ਦਿੰਨਾ ਫਿਰ ਤੋਂ। ਸੰਵਿਧਾਨ ਵਿੱਚ ਸੋਧ ਕਰਨ ਦਾ ਅਧਿਕਾਰ ਪਾਰਲੀਮੈਂਟ ਕੋਲ ਹੈ। ਪਾਰਲੀਮੈਂਟ ਅੰਡਰ ਆਰਟੀਕਲ 368 ਦੇ ਦੁਆਰਾ 2 ਤਰੀਕੇ ਨਾਲ ਸੋਧ ਕਰ ਸਕਦੀ ਹੈ। ਪਹਿਲਾ ਹੈ ਵਿਸ਼ੇਸ਼ ਬਹੁਮਤ ਦੇ ਦੁਆਰਾ, ਦੂਸਰਾ ਹੈ ਵਿਸ਼ੇਸ਼ ਬਹੁਮਤ ਦੇ ਦੁਆਰਾ ਔਰ ਪਲੱਸ ਅੱਧੇ ਰਾਜਾਂ ਤੋਂ ਸਵੀਕ੍ਰਿਤੀ ਹੋਣੀ ਚਾਹੀਦੀ ਹੈ। ਠੀਕ ਹੈ, ਜੋ ਸਿੰਪਲ ਸੋਧ ਹੁੰਦੀ ਹੈ ਸਧਾਰਨ ਬਹੁਮਤ ਦੇ ਦੁਆਰਾ, ਉਹ ਅੰਡਰ ਆਰਟੀਕਲ 368 ਦੇ ਵਿੱਚ ਨਹੀਂ ਕਾਊਂਟ ਹੁੰਦੀ। ਨੈਕਸਟ ਕੁਐਸਚਨ ਹੈ, ਸੰਸਦ ਦੀ ਸੰਵਿਧਾਨ ਸੋਧ ਸ਼ਕਤੀ ਹੈ? ਆਪਸ਼ਨ ਏ ਹੈ ਅਸੀਮਿਤ, ਆਪਸ਼ਨ ਬੀ ਹੈ ਸੀਮਿਤ, ਆਪਸ਼ਨ ਸੀ ਹੈ ਨਿਰੰਕੁਸ਼, ਆਪਸ਼ਨ ਡੀ ਹੈ ਸਾਰੇ ਹੀ। डी और बी आ रहा है आंसर है। ए आंसर प्रेरणा कंबोज का आया। सो इज द राइट आंसर ऑप्शन बी है। पार्लियामेंट की जो संविधान शोध शक्ति है वो सीमित है। कदों क्या और किस केस दे विच सुप्रीम कोर्ट ने कहा कि पार्लियामेंट की संविधान शोध शक्ति सीमित है? 1973 केशवानंद भारती मामला केस सी, सब तो मशहूर केस होया है। इस दे विच सुप्रीम कोर्ट ने अपनी जजमेंट विच कहा कि पार्लियामेंट की सोच शक्ति जो है वो सीमित है। ठीक है, इस दे विच केशवानंद भारती मामले विच एक चीज होर उभर के आई, वो है बेसिक स्ट्रक्चर ऑफ इंडियन कॉन्स्टिट्यूशन। वो केड़े केस विच उभर के आई? केशवानंद भारती मामले केस विच 1973 दे विच। ओके, नैक्सट क्वेश्चन है, राष्ट्रपति उपराष्ट्रपति सुप्रीम कोर्ट के जज नूं संसद किस शक्ति नाल हटा सकती है? ऑप्शन ए है चोण शक्ति, ऑप्शन बी है न्यायिक शक्ति, ऑप्शन सी है कार्यकारी शक्ति, ऑप्शन डी है वित्तीय शक्ति। बी आंसर आ रहा है मोस्टली सब दा। सो इज द राइट आंसर भी बी है। राष्ट्रपति उपराष्ट्रपति और सुप्रीम कोर्ट के जो जज ने उन्होंने पार्लीमेंट अपनी न्यायिक शक्ति के नाल हटा सकती है। नैक्सट क्वेश्चन है, राष्ट्रीय संकट काल मतलब जो नैशनल एमरजेंसी है खत्म करन दा संकल्प कौन पेश करता है? ऑप्शन ए है पार्लियामेंट, ऑप्शन बी है राज्यसभा, ऑप्शन सी है लोकसभा, ऑप्शन डी है कोई भी नहीं। अगर देश दे विच नैशनल एमरजेंसी लगी हुई है
और उसनू खत्म करना है तो कौन संकल्प पेश करेगा? ए और डी आ रहे आंसर। सो इज द राइट आंसर जो है ऑप्शन सी है। अगर देश ਵਿੱਚ ਨੈਸ਼ਨਲ ਐਮਰਜੈਂਸੀ ਲੱਗੀ ਹੋਈ ਹੈ ਜਾਂ ਪੂਰੇ ਦੇਸ਼ ਵਿੱਚ ਹੈ ਜਾਂ ਕਿਸੇ ਇੱਕ ਸਟੇਟ ਦੇ ਵਿੱਚ ਲੱਗੀ ਹੋਈ ਆ ਜਾਂ ਕਿਸੇ ਸਪੈਸੀਫਿਕ ਏਰੀਆ ਦੇ ਵਿੱਚ ਲੱਗੀ ਹੋਈ ਆ ਤਾਂ ਲੋਕ ਸਭਾ ਸੰਕਲਪ ਪਾਸ ਕਰਦੀ ਹੈ ਕਿ ਇੱਥੇ ਰਾਸ਼ਟਰੀ ਸੰਕਟ ਕਾਲ ਕੀਤਾ ਜਾਏ। ਨੈਕਸਟ ਕੁਐਸਚਨ ਹੈ ਸੰਸਦੀ ਵਿਸ਼ੇਸ਼ ਅਧਿਕਾਰ ਕਿਸ ਲਈ ਨਹੀਂ ਹਨ? ਆਪਸ਼ਨ ਏ ਹੈ ਅਟਾਰਨੀ ਜਨਰਲ, ਆਪਸ਼ਨ ਬੀ ਹੈ ਰਾਸ਼ਟਰਪਤੀ, ऑप्शन सी है केंद्रीय मंत्री, ऑप्शन डी है संसदीय समिति मतलब पार्लियामेंट्री कमेटीज। ए आ रहा मोस्टली आंसर, डी भी आंसर आया पार्लियामेंट कमेटी नू लैके। ए आया और डी आ रहा है, ए और डी आ रहा है। चलो मैं कन्फ्यूजन दूर कर देना ताड़ी। इज द राइट आंसर ऑप्शन बी है। संसदीय विशेष अधिकार किस नू प्राप्त नहीं है और राष्ट्रपति नू प्राप्त नहीं है क्योंकि राष्ट्रपति जो आ वो पार्लीमेंट विच किसी भी सदन का मैंबर नहीं होंदा, ना ही वो लोक सभा का मैंबर है ना ही राज सभा का मैंबर है। हालांकि वो पार्लीमेंट का अभिन्न अंग है। अटॉर्नी जनरल नू आर्टिकल अंडर 76 दे विच संसदीय विशेष अधिकार मिले हुए आ कि वो पार्लीमेंट के किसी भी सदन दे विच बोल सकता है और उसनू भी जो वेतन अते भत्ते मिलते आ वो संसद तय करती है। संसदीय समिति का एक पार्लीमेंट दे विच ही समिति ने उसके मैंबर ही जो होंदे आ वो समिति बनाउंदे आ, इसलिए इन्हां कोल विशेष अधिकार होंदे आ। केंद्रीय मंत्री जो आ वो भी पार्लीमेंट का हिस्सा होंदे आ, सो इन्हां कोल भी विशेष अधिकार होंदे आ। नैक्सट क्वेश्चन है पहली लोक सभा के स्पीकर कौन सी? ऑप्शन ए है सुमित्रा महाजन, ऑप्शन बी है ओम बिरला, ऑप्शन सी है हुकम सिंह, ऑप्शन डी है एम.ए. अंग्यार। पहली लोक सभा कदों शुरू हुई सी? इनका पीरियड भी दस दो। नाइनटीन 52 ਦੇ ਵਿੱਚ। ਸੋ ਇਸ ਦਾ ਪਹਿਲੀ ਲੋਕ ਸਭਾ ਜੋ ਸ਼ੁਰੂ ਹੋਈ ਹੈ ਉਹ 1952 ਦੇ ਵਿੱਚ ਹੋਈ ਸੀ। ਓਕੇ, ਸੋ ਇਸ ਦੇ ਜੋ ਸਪੀਕਰ ਸੀ ਉਹ ਐਮ.ਏ. ਅੰਗਿਆਰ ਸੀ। ਸੌਰੀ ਯਾਰ, ਇੱਕ ਮਿਸਟੇਕ ਹੋ ਗਈ। ਜੋ ਐਕਚੁਅਲੀ ਸਪੀਕਰ ਸੀ ਉਹਨਾਂ ਦਾ ਆਪਸ਼ਨ ਵਿੱਚ ਨਾ ਹੀ ਨਹੀਂ ਪਾਇਆ ਗਿਆ। ਸੋ ਪਹਿਲੇ ਜੋ ਸਪੀਕਰ ਸੀ ਉਹ ਗਣੇਸ਼ ਵਾਸੁਦੇਵ ਅੰਗਿਆਰ ਸੀ, ਗਣੇਸ਼ ਵਾਸੁਦੇਵ ਮਾਵਲੰਕਰ ਸੀ। ਇੱਕ ਮਿੰਟ ਯਾਰ, ਮੈਂ ਨਾ ਕਨਫਿਊਜ਼ਨ ਦੂਰ ਕਰਨ ਲਈ ਤੁਹਾਨੂੰ ਦੱਸ ਹੀ ਦਿੰਨਾ, ਜਾਂ ਇਹੀ ਸੀ। ਸੋ ਪਹਿਲੇ ਜੋ ਲੋਕ ਸਭਾ ਸਪੀਕਰ ਸੀ ਉਹ ਗਣੇਸ਼ ਵਾਸੁਦੇਵ ਮਾਵਲੰਕਰ ਸੀ। ਐਮ.ਏ. ਜੋ ਅੰਗਿਆਰ ਸੀ ਉਹਨਾਂ ਦੀ ਮੌਤ ਤੋਂ ਬਾਅਦ ਬਣੇ ਸੀ ਕਿਉਂਕਿ ਉਹਨਾਂ ਦੀ ਜੋ ਕਾਰਿਆਕਾਲ ਸੀ ਉਹਨਾਂ ਦੇ ਕਾਰਜਕਾਲ ਵਿੱਚ ਵੀ ਉਹਨਾਂ ਦਾ ਨਿਧਨ ਹੋ ਗਿਆ ਸੀ ਵਾਸੁਦੇਵ ਜੋ ਮਾਵਲੰਕਰ ਸੀ। ਇਸ ਲਈ ਐਮ.ਏ. ਅੰਗਿਆਰ ਜੋ ਸੀ ਉਹ ਲੋਕ ਸਭਾ ਦੇ ਸਪੀਕਰ ਬਣਾਏ ਗਏ ਸੀ ਔਰ ਸੁਮਿਤਰਾ ਮਹਾਜਨ ਜੋ ਸੀ ਉਹ 2014 ਤੋਂ ਲੈ ਕੇ 19 ਤੱਕ ਰਹੇ। ਓਮ ਬਿਰਲਾ ਹੁਣ ਨੇ, ਠੀਕ ਹੈ। ਹੁਕਮ ਸਿੰਘ ਜੋ ਸੀ ਉਹ ਤੀਸਰੀ ਲੋਕ ਸਭਾ ਦੇ ਸਪੀਕਰ ਸੀ। ਨੈਕਸਟ क्वेश्चन है किस धारा के तहत राष्ट्रपति अध्यादेश जारी करता है? आर्टिकल 1, 2, 3 आ रहा और डी आ रहा, 18 का डी ही आ रहा। सो इज द राइट आंसर ऑप्शन डी है। किस धारा के तहत राष्ट्रपति जो है ऑर्डीनेंस जारी करता है वो है आर्टिकल 1, 2, 3 123। इनू ईजी रखने का, याद रखने का तरीका यह है 1, 2, 3 क्या और गो मतलब अध्यादेश जारी हो गया।
कोई भी लॉ जो है वो जारी हो गया। ਨੈਕਸਟ ਕੁਐਸਚਨ ਹੈ ਸੰਵਿਧਾਨ ਦੇ ਕਿਸ ਭਾਗ ਵਿੱਚ ਸੰਸਦ ਦੇ ਬਾਰੇ ਜ਼ਿਕਰ ਮਿਲਦਾ ਹੈ? ਆਪਸ਼ਨ ਏ ਹੈ ਭਾਗ 10, ਆਪਸ਼ਨ ਬੀ ਹੈ ਭਾਗ 4, ਆਪਸ਼ਨ ਸੀ ਹੈ ਭਾਗ 5, ਆਪਸ਼ਨ ਡੀ ਹੈ ਭਾਗ 9। ਡੀ ਆ ਰਿਹਾ ਆਨਸਰ ਇਸ ਦਾ, ਭਾਗ 9 ਆ ਰਿਹਾ ਮਤਲਬ ਤੁਹਾਡਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ, ਭਾਗ 5 ਦੇ ਵਿੱਚ ਹੀ ਸੰਸਦ ਦੇ ਬਾਰੇ ਜ਼ਿਕਰ ਮਿਲਦਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸੰਸਦ ਦਾ ਗਠਨ ਕਿਵੇਂ ਹੋਏਗਾ, ਉਸ ਦੀ ਸਟਰਕਚਰ ਕੀ ਹੋਏਗੀ, ਕਿੰਨੀ ਅਵਧੀ ਦੇ ਵਿੱਚ ਉਹ ਕੰਮ ਕਰੇਗੀ, ਵਿਸ਼ੇਸ਼ ਅਧਿਕਾਰ ਕੀ ਹੋਣਗੇ, ਉਹਦੀਆਂ ਸ਼ਕਤੀਆਂ ਕੀ ਹੋਣਗੀਆਂ ਔਰ ਉਹਦੇ ਕੰਮ ਕੀ ਹੋਣਗੇ। ਭਾਗ 5 ਦੇ ਵਿੱਚ ਹੀ ਇਹ ਦੱਸਿਆ ਗਿਆ ਹੈ, ਆਰਟੀਕਲ 79 ਤੋਂ ਲੈ ਕੇ ਆਰਟੀਕਲ 1 2 3 ਤੱਕ। ਠੀਕ ਹੈ। ਨੈਕਸਟ ਕੁਐਸਚਨ ਹੈ ਕਿਸ ਸਦਨ ਨੂੰ ਵੱਡਿਆਂ ਦੀ ਸਭਾ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਲੋਕ ਸਭਾ, ਆਪਸ਼ਨ ਬੀ ਹੈ ਰਾਜ ਸਭਾ, ਆਪਸ਼ਨ ਸੀ ਹੈ ਸੰਸਦ, ਆਪਸ਼ਨ ਡੀ ਹੈ ਏ ਅਤੇ ਸੀ ਦੋਨੋਂ। ਚਾਰ ਵਿੱਚ ਤਾਂ ਡੀਪੀਐਸਪੀ ਹੈ ਨਾ, ਭਾਗ 4 ਦੇ ਵਿੱਚ। ਭਾਗ 4 ਦੇ ਵਿੱਚ ਡੀਪੀਐਸਪੀ ਨੇ, ਰਾਜ ਦੇ ਨੀਤੀ ਨਿਰਦੇਸ਼ਕ ਤੱਤ। ਕਿਸ ਸਦਨ ਨੂੰ ਵੱਡਿਆਂ ਦੀ ਸਭਾ ਕਿਹਾ ਜਾਂਦਾ ਹੈ? ਇਸ ਦਾ ਆਨਸਰ ਹੈ ਆਪਸ਼ਨ ਬੀ, ਰਾਜ ਸਭਾ ਨੂੰ ਵੱਡਿਆਂ ਦੀ ਸਭਾ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਰਾਜ ਸਭਾ ਨੂੰ ਉੱਚ ਸਦਨ ਵੀ ਕਿਹਾ ਜਾਂਦਾ ਹੈ ਔਰ ਦੂਜਾ ਚੈਂਬਰ ਵੀ ਕਿਹਾ ਜਾਂਦਾ ਹੈ। ਠੀਕ ਹੈ। ਲੋਕ ਸਭਾ ਨੂੰ ਪਹਿਲਾ ਚੈਂਬਰ ਕਿਹਾ ਜਾਂਦਾ ਹੈ ਔਰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਲੋਕ ਸਭਾ ਨੂੰ ਚਰਚਿਤ ਸਦਨ ਵੀ ਕਿਹਾ ਜਾਂਦਾ ਹੈ, ਉੱਥੇ ਹੀ ਚਰਚਾ ਹੁੰਦੀ ਹੈ। ਨੈਕਸਟ ਕੁਐਸਚਨ ਹੈ ਰਾਜ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਕਿੰਨੀ ਸੰਖਿਆ ਹੋ ਸਕਦੀ ਹੈ? ਕੁਐਸਚਨ ਧਿਆਨ ਨਾਲ ਰੀਡ ਕਰਿਓ। ਰਾਜ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਕਿੰਨੀ ਸੰਖਿਆ ਹੋ ਸਕਦੀ ਹੈ? ਆਪਸ਼ਨ ਏ ਹੈ 245, ਆਪਸ਼ਨ ਬੀ ਹੈ 250, ਆਪਸ਼ਨ ਸੀ ਹੈ 230, ਆਪਸ਼ਨ ਡੀ ਹੈ 240। 21 ਦਾ ਇਹ ਆ ਰਿਹਾ, 250 ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਰਾਜ ਸਭਾ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਆ? 250। ਲੇਕਿਨ ਵਰਤਮਾਨ ਸਮੇਂ ਵਿੱਚ ਕਿੰਨੇ ਮੈਂਬਰ ਆ? 245। ਅਗਰ ਤੁਹਾਨੂੰ ਕੁਐਸਚਨ ਪੁੱਛਿਆ ਜਾਏ ਕਿ ਵਰਤਮਾਨ ਸਮੇਂ ਵਿੱਚ ਰਾਜ ਸਭਾ ਵਿੱਚ ਕਿੰਨੇ ਮੈਂਬਰ ਆ ਤਾਂ 245। ਅਗਰ ਪੁੱਛਿਆ ਜਾਏ ਵੱਧ ਤੋਂ ਵੱਧ ਕਿੰਨੇ ਮੈਂਬਰ ਆ ਤਾਂ 250 ਆ। ਓਕੇ। ਇਸ ਵਿੱਚ 12 ਮੈਂਬਰ ਜੋ ਆ ਰਾਸ਼ਟਰਪਤੀ ਦੁਆਰਾ ਮਨੋਨੀਤ ਕੀਤੇ ਜਾਂਦੇ ਆ, ਮਤਲਬ ਨਾਮਾਂਕਿਤ ਕੀਤੇ ਜਾਂਦੇ ਆ, ਨੋਮੀਨੇਟ ਹੁੰਦੇ ਆ। ਨੈਕਸਟ ਕੁਐਸਚਨ ਹੈ ਵਰਤਮਾਨ ਲੋਕ ਸਭਾ ਵਿੱਚ ਕਿੰਨੇ ਮੈਂਬਰ ਹਨ? ਆਪਸ਼ਨ ਏ ਹੈ 545, ਆਪਸ਼ਨ ਬੀ ਹੈ 552, ਆਪਸ਼ਨ ਸੀ ਹੈ 549, ਆਪਸ਼ਨ ਡੀ ਹੈ 560। 22 ਦਾ ਬੀ ਆ ਰਿਹਾ, 543 ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੈ 545 ਮੈਂਬਰ ਆ ਲੋਕ ਸਭਾ ਦੇ ਵਿੱਚ। ਅਗਰ ਤੁਹਾਨੂੰ ਵੱਧ ਤੋਂ ਵੱਧ ਪੁੱਛੇ ਜਾਣ ਤਾਂ 552 ਨੇ। ਠੀਕ ਹੈ। ਇੱਕ ਹੁਣੇ ਹੀ ਅਮੈਂਡਮੈਂਟ ਕੀਤੀ ਗਈ ਹੈ, ਉਹਦੇ ਵਿੱਚ ਜੋ ਲੋਕ ਸਭਾ ਦੇ ਵਿੱਚ 2 ਐਂਗਲੋ ਇੰਡੀਅਨ ਬੰਦੇ ਰਖਿੰਦੇ ਸੀ, ਉਹਨਾਂ ਦਾ ਪਦ ਜੋ ਹੈ ਉਹ ਖਤਮ ਕਰ ਦਿੱਤਾ ਗਿਆ। ਓਕੇ। ਨੈਕਸਟ ਕੁਐਸਚਨ ਹੈ ਕਿਸੇ ਸੰਵਿਧਾਨਿਕ ਸੋਧ ਦੁਆਰਾ ਵੋਟ ਪਾਉਣ ਦੀ ਉਮਰ 21 ਤੋਂ 18 ਸਾਲ ਕੀਤੀ ਗਈ? ਆਪਸ਼ਨ ਏ ਹੈ ਫਸਟ ਅਮੈਂਡਮੈਂਟ ਐਕਟ ਦੁਆਰਾ, ਆਪਸ਼ਨ ਬੀ ਹੈ 42 ਅਮੈਂਡਮੈਂਟ ਐਕਟ ਦੁਆਰਾ, ਆਪਸ਼ਨ ਸੀ ਹੈ 44 ਅਮੈਂਡਮੈਂਟ ਐਕਟ ਦੁਆਰਾ, ਆਪਸ਼ਨ ਸੀ ਹੈ 61 ਅਮੈਂਡਮੈਂਟ ਐਕਟ ਦੁਆਰਾ। ਤੇਈਵੇਂ ਦਾ ਡੀ ਆ ਰਿਹਾ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ। 61ਵੀਂ ਸੋਧ ਦੇ ਵਿੱਚ ਵੋਟ ਪਾਉਣ ਦੀ ਏਜ ਜੋ ਹੈ 21 ਤੋਂ 18 ਸਾਲ ਕੀਤੀ ਗਈ ਔਰ ਇਹ ਕਦੋਂ ਹੋਈ? 1988 ਦੇ ਵਿੱਚ। ਲੇਕਿਨ ਪ੍ਰਭਾਵ ਵਿੱਚ ਕਦੋਂ ਆਈ? ਪ੍ਰਭਾਵ ਵਿੱਚ ਆਈ 1989 ਦੇ ਵਿੱਚ। ਓਕੇ।
ਨੈਕਸਟ ਕੁਐਸਚਨ ਹੈ ਰਾਜ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? ਆਪਸ਼ਨ ਏ ਹੈ 25 ਈਅਰ, ਆਪਸ਼ਨ ਬੀ ਹੈ 30 ਈਅਰ, ਆਪਸ਼ਨ ਸੀ ਹੈ 35 ਈਅਰ, ਆਪਸ਼ਨ ਡੀ ਹੈ 18 ਈਅਰ, ਮਤਲਬ 18 ਈਅਰ। ਬੀ ਆਂਸਰ ਆ ਰਿਹਾ ਔਰ 35 ਹੀ ਆਇਆ ਅਰਸ਼ ਦਾ। ਪ੍ਰੇਰਨਾ ਦਾ ਵੀ 35 ਆਇਆ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਬੀ। ਰਾਜ ਸਭਾ ਦਾ ਮੈਂਬਰ ਬਣਨ ਲਈ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ, ਲੇਕਿਨ ਅਗਰ ਪ੍ਰੈਜ਼ੀਡੈਂਟ ਔਰ ਵਾइस ਪ੍ਰੈਜ਼ੀਡੈਂਟ बनना है ਤਾਂ ਏਜ ਹੋਣੀ ਚਾਹੀਦੀ ਹੈ 35। ਨੈਕਸਟ ਕੁਐਸਚਨ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? ਆਪਸ਼ਨ ਏ ਹੈ 25 ਈਅਰ, ਆਪਸ਼ਨ ਬੀ ਹੈ 30 ਈਅਰ, ਆਪਸ਼ਨ ਸੀ ਹੈ 35 ਈਅਰ, ਆਪਸ਼ਨ ਡੀ ਹੈ 18 ਈਅਰ। ट्वेंटी फाइव आ रहा आंसर। सो इस द राइट आंसर ऑप्शन ए है। लोक सभा का मैंबर बनने ਲਈ 25 ईयर होनी चाहिए है और राज सभा का मैंबर बनने ਲਈ 30 ईयर। ओके, नैक्सट क्वेश्चन है ਕਿਹੜੀ ਅਨੁਸੂਚੀ ਅਨੁਸਾਰ ਕਿਸੇ ਮੈਂਬਰ ਨੂੰ ਦਲ ਬਦਲ ਦੇ ਆਧਾਰ ਤੇ ਅਯੋਗ ਠਹਿਰਾਇਆ ਜਾ ਸਕਦਾ ਹੈ? ਦਲ ਬਦਲ मतलब एंटी डिफेक्शन लॉ। ऑप्शन ए है 8वीं अनुसूची द्वारा, ऑप्शन बी है 9वीं, ऑप्शन सी है 10वीं, ऑप्शन डी है 7वीं अनुसूची द्वारा। सी आ रहा और 10 आ रहा आंसर। 10 ही सी है। सो इज द राइट आंसर ऑप्शन सी है। ਕਿਹੜੀ ਅਨੁਸੂਚੀ ਦੁਆਰਾ ਮੈਂਬਰ ਨੂੰ ਦਲ ਬਦਲ ਦੇ ਆਧਾਰ ਤੇ ਅਯੋਗ ਠਹਿਰਾਇਆ ਜਾ ਸਕਦਾ ਹੈ? ਉਹ 10ਵੀਂ ਅਨੁਸੂਚੀ ਹੈ। ਔਰ ਇਹ ਕਦੋਂ ਲਿਆਈ ਗਈ ਸੀ? ਕਿਹੜੀ ਅਮੈਂਡਮੈਂਟ ਐਕਟ ਦੁਆਰਾ? ਇਸ ਦਾ ਆਨਸਰ ਕਿਸੇ ਨੂੰ ਪਤਾ ਹੈ? 10ਵੀਂ ਅਨੁਸੂਚੀ ਸੰਵਿਧਾਨ ਵਿੱਚ ਕਿਹੜੇ ਕਦੋਂ ਸ਼ਾਮਿਲ ਕੀਤੀ ਗਈ ਔਰ ਕਿਹੜੀ ਅਮੈਂਡਮੈਂਟ ਐਕਟ ਸੀ? ਫਸਟ। ਇਹਨਾਂ ਤਾਂ ਨਹੀਂ ਸੁਧਾਰ ਹੋਇਆ ਸੀ, ਫਸਟ ਵਿੱਚ ਹੀ ਸ਼ੁਰੂ ਹੋ ਗਈ ਹੋਵੇ। 1989 ਮਤਲਬ ਤੁਸੀਂ ਕਹਿ ਰਹੇ ਹੋ 61ਵੀਂ ਸੋਧ ਦੇ ਵਿੱਚ। ਸੋ ਇਸ ਦਾ ਰਾਈਟ ਆਨਸਰ ਜੋ ਹੈ ਉਹ ਹੈ 52 ਅਮੈਂਡਮੈਂਟ ਐਕਟ ਦੇ ਦੁਆਰਾ ਔਰ ਇਹ 1985 ਦੇ ਵਿੱਚ ਆਈ ਸੀ ਔਰ ਇਸ ਵਿੱਚ ਇੱਕ ਸੋਧ ਹੋਈ 91ਵੀਂ ਸੋਧ। ਉਹ ਕਦੋਂ ਹੋਈ? 2003 ਦੇ ਵਿੱਚ। ਜੋ 10ਵੀਂ ਅਨੁਸੂਚੀ ਹੈ ਉਹ 52ਵੀਂ ਸੋਧ ਦੇ ਦੁਆਰਾ ਆਈ ਔਰ 91ਵੀਂ ਸੋਧ ਦੇ ਦੁਆਰਾ ਇਸ ਵਿੱਚ ਇੱਕ ਅਮੈਂਡਮੈਂਟ ਐਕਟ ਹੋਈ, ਇੱਕ ਪੁਆਇੰਟ ਨੂੰ ਸੋਧ ਕੀਤਾ ਗਿਆ ਔਰ ਇਹ ਸੋਧ 2003 ਵਿੱਚ ਹੋਈ। ਸੋ ਅੱਜ ਦੇ ਇੰਨੇ ਹੀ ਕੁਐਸਚਨ ਸੀ। ਅਗਰ ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਸਕਦਾ ਹੈ हैंड रेज करके 1 बाय 1। सिर्फ टॉपिक दे ऊपर ही डाउट होए, अदर कोई डाउट ना होए। हाँ जी, खुशदीप शर्मा।